ਮਾਨ ਸਾਹਿਬ ਮੈਂ ਫੋਰਸ ਕਨਵਰਜਨ ਦੀ ਗੱਲ ਕਰਦਾ ਹੈਗਾ ਵੀ ਕਿਸੇ ਬੱਚੇ ਨੂੰ ਕਿਡਨੈਪ ਕਰਕੇ ਕਿਸੇ ਦੀ ਲੜਕੀ ਨੂੰ ਕਿਡਨੈਪ ਕਰਕੇ ਉਹ ਕਰ ਲਿਆ। ਪਾਕਿਸਤਾਨ ਦੇ ਵਿੱਚ ਮੈਂ ਨਹੀਂ ਸੁਣਿਆ ਕਿ ਫੋਰਸਫੁਲੀ ਹੋਇਆ ਹੈ, ਉਹ रजाबंदी ਦੇ ਨਾਲ ਇਹ ਹੋਇਆ है। गुंडे रात को हमारे घर पे आए, उन्होंने हमारी छोटी बहन को घसीट के ले गए और उनको ज़बरदस्ती टॉर्चर करके इस्लाम कबूल करवाया। सुबह में हम थाने चले गए और हमने FIR कटवाया, SHO के पास चले गए, DCO के पास, पर किसी ने हमें इंसाफ नहीं दिलाया, किसी ने हमारी बात नहीं सुनी। मैं घास लेने गई थी मेरी मम्मी के साथ, वहाँ पे 5 लोग आए, मुझे अगवा उठाने के लिए धमकी दी कि हमारे साथ चलो नहीं तो हम तुम्हें मार देंगे। तो फिर मैं डर के मारे चली गई उन लोगों के साथ। बहुत मारते थे, मैंने बोला मैं अपना मज़हब नहीं छोड़ती हूँ, मैं अपनी मम्मी पापा वालों को नहीं छोड़ती हूँ। जो 45 ॾींहं थी विया असांजी नियाणी जी की ख़बर न आहे, त महिरबानी करियो असां वज़ीर आज़म से अपील करे रहिया आहियूं कि असांजी नियाणी असांखे वापसि करायो। असांजो सिर्फ़ु एतिरो ई मुतालबो आहे, ॿियो कोई बि न आहे असांजो। यहाँ पे बचपन से हिंदुओं के साथ होता रहा है, बाबा फोर्स कन्वर्जन ये वो, तो उसकी फिक्र नहीं है क्या इनको? और दूसरा मसला ये कि जब लड़कियां उठा ली जाती है ना, तो लोग इसको जस्टिफाई करते हैं इस चीज़ को लेके कि यार वो देखो उस लड़की की वीडियो आई है जिसमें उस लड़की ने कन्फेस किया है कि मैंने अपना रिलीजन चेंज कर दिया। ये जस्टिफिकेशन यूज़ करने वालों से मेरा सिर्फ एक सवाल है कि आप उस बच्चियों की वीडियोस देखो यार। वो 14 साल की बच्ची है, अगर 14 साल की बच्ची के मुँह के अल्फाज ये है ना कि अगर आप नहीं रुके तो मैं हाई कोर्ट चली जाऊंगी, मैं इस कोर्ट में अपील करूंगी, मैं उस कोर्ट में अपील करूंगी। 14 साल की बच्ची के ये मुंह के लफ्ज़ हो ही नहीं सकते। साफ पता चल रहा है कि उस बच्ची के मुंह में ये लफ्ज़ डाले गए हैं और आप उस बच्ची के एक्सप्रेशंस देखें जब वो बात कर रही है, ठीक है, साफ पता चल रहा है कि वो बच्ची से ये लफ्ज़ बुलवाए जा रहे हैं, वो बच्ची ने अपने मुँह से नहीं बोले। लेकिन लोग मतलब जहाँ वही बात है ना, जहाँ मज़हब की बात आती है तो वहाँ आगे कोई बात करने के लिए तैयार ही नहीं, क्योंकि सबको डर लगता है भाई। ਸਾਡੇ ਬੱਚੇ ਤੇ ਇਹ ਡਿਫਿਕਲਟੀ ਤਾਂ ਹੈ, ਪਰ ਫਿਰ ਆਪਾਂ ਨੂੰ ਆਪਣੀ ਫਸਲ ਸਾਂਭ ਕੇ ਰੱਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਜਦੋਂ ਇਹ ਜ਼ਿਆਦਾ ਫਰੀडम ਇਹਨਾਂ ਬੱਚਿਆਂ ਨੂੰ ਮਿਲ ਜੇ ਤਾਂ ਫਿਰ ਇਹ ਨੁਕਸਾਨ ਹੁੰਦਾ ਹੀ ਹੈ। ਨਹੀਂ ਮਾਨ ਸਾਹਿਬ ਮੈਂ ਫੋਰਸ ਕਨਵਰਜਨ ਦੀ ਗੱਲ ਕਰਦਾ ਹੈਗਾ ਵੀ ਕਿਸੇ ਬੱਚੇ ਨੂੰ ਕਿਡਨੈਪ ਕਰਕੇ ਕਿਸੇ ਦੀ ਲੜਕੀ ਨੂੰ ਕਿਡਨੈਪ ਕਰਕੇ ਉਹ ਨਹੀਂ, ਕਰ ਲਿਆ। ਪਾਕਿਸਤਾਨ ਦੇ ਵਿੱਚ ਮੈਂ ਨਹੀਂ ਸੁਣਿਆ ਕਿ ਫੋਰਸਫੁਲੀ ਹੋਇਆ ਹੈ, ਉਹ रजाबंदी ਦੇ ਨਾਲ ਇਹ ਹੋਇਆ ਹੈ। ਤੇ ਇੱਥੇ ਇੰਡੀਆ ਦੇ ਵਿੱਚ ਵੀ ਮੁਸਲਮਾਨ ਬੀਬੀਆਂ ਨੂੰ ਜਿਹੜੇ ਸਿੱਖ ਵਿਆਹੁੰਦੇ ਹੈ ਉਹ ਵੀ ਉਹਨਾਂ ਦੀ ਮਰਜ਼ੀ ਦੇ ਨਾਲ ਕਰਾਉਂਦੇ ਹੈ, ਫੋਰਸਫੁਲੀ ਨਹੀਂ ਹੋ ਰਿਹਾ। ਹਾਂ ਠੀਕ। ਤੇ ਤੁਸੀਂ ਖਾਲਿਸਤਾਨ ਦੀ ਗੱਲ ਕਰੀ ਹੈਗੀ ਜੀ, ਤੁਸੀਂ ਖਾਲਿਸਤਾਨ ਦੇ ਬਹੁਤ ਵੱਡੇ ਸਪੋਰਟਰ ਹੈਗੇ ਹੋ ਔਰ ਤੁਸੀਂ ਹਮੇਸ਼ਾ ਇਸ ਚੀਜ਼ ਦੇ ਉੱਤੇ ਪਹਿਰਾ ਦਿੱਤਾ ਹੈਗਾ ਔਰ ਇਹ ਤੁਹਾਡੀ ਕ੍ਰੈਡੀਬਿਲਿਟੀ ਹੈਗੀ ਹੈ, ਉਤਰਾਅ ਚੜ੍ਹਾਏ ਹੈਗੇ ਨੇ ਜ਼ਿੰਦਗੀ ਦੇ ਵਿੱਚ। ਲੋਕਾਂ ਨੇ ਤੁਹਾਨੂੰ ਹਾਫ ਮਿਲੀਅਨ ਵੋਟਸ ਦੇ ਮਾਰਜਨ ਦੇ ਨਾਲ ਜਿਤਾਇਆ ਹੈਗਾ। ਤੁਹਾਨੂੰ ਕੀ ਲੱਗਦਾ ਹੈਗਾ ਵੀ ਹੁਣ ਲੋਕਾਂ ਦੇ ਵਿੱਚ ਕੋਈ ਖਾਲਿਸਤਾਨ ਦੀ ਕੋਈ ਇੱਛਾ ਹੈ ਜਾਂ ਖਾਲਿਸਤਾਨ ਦੀ ਕੋਈ ਸੇ ਹੈ ਗਰਾਊਂਡ ਦੇ ਉੱਤੇ, ਰਿਐਲਿਟੀ ਹੈ ਇਸ ਚੀਜ਼ ਦੀ? ਇਹ ਹੋਣੀ ਚਾਹੀਦੀ ਹੈ ਸਰ ਸਾਹਿਬ। ਹੁਣ ਤੁਸੀਂ ਦੇਖੋ ਨਾ, ਹੁਣ WTO ਦੇ ਉੱਤੇ ਇੰਡੀਆ ਨੇ ਵੀ ਦਸਤਖਤ ਕੀਤੇ ਹੈ, ਪਾਕਿਸਤਾਨ ਨੇ ਵੀ ਕੀਤੇ ਹੈ, ਜਿਹਦਾ ਮਤਲਬ ਹੈ ਕਿ ਖੁੱਲ੍ਹੀ ਮੰਡੀ ਹੋਣੀ ਚਾਹੀਦੀ ਹੈ। ਹਾਂਜੀ, ਹੁਣ ਸਾਡੀ ਜਿਹੜੀ ਸਿੱਖਾਂ ਦੀ ਇਕੋਨਮੀ ਹੈ ਉਹ 2 ਚੀਜ਼ਾਂ ਦੇ ਉੱਤੇ ਨਿਰਭਰ ਹੁੰਦੀ ਹੈ, ਇੱਕ ਤਾਂ ਖੇਤੀਬਾੜੀ 'ਤੇ, ਦੂਜੀ ਟਰਾਂਸਪੋਰਟ ਦੇ ਉੱਤੇ। ਤੇ ਖੇਤੀਬਾੜੀ ਨੂੰ ਹੁਣ ਸੈਂਟਰ ਦੀ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਸਾਡੀ ਖੁਸ਼ਹਾਲੀ ਨੂੰ। ਅਸੀਂ ਕਹਿੰਦੇ ਹਾਂ, ਸਾਡੀ ਪਾਰਟੀ ਕਹਿੰਦੀ ਹੈ ਕਿ ਜੇ ਤੁਸੀਂ ਇੱਡਾ ਵੱਡਾ ਪ੍ਰੋਗਰੈਸ ਕਰ ਰਹੇ ਹੋ ਨਵੇਂ ਕਾਨੂੰਨਾਂ ਦੇ ਨਾਲ, ਫਿਰ WTO ਦੇ ਮੁਤਾਬਕ ਸਾਡੇ ਬਾਰਡਰ ਪਾਕਿਸਤਾਨ ਨਾਲ ਕਿਉਂ ਨਹੀਂ ਖੋਲ੍ਹਦੇ? ਹੁਣ ਪਾਕਿਸਤਾਨ ਦੇ ਕੋਲੇ ਅੱਜ ਕਮੀ ਹੈਗੀ ਹੈ ਕਣਕ ਦੀ, ਉਹ ਰੂਸ ਤੋਂ ਮੰਗਾ ਰਿਹਾ ਹੈ ਤੇ ਇੱਥੇ ਤਾਂ ਆਪਾਂ ਹੱਥਾਂ ਨਾਲ ਬੋਰੀਆਂ ਉੱਧਰ ਚੁਕਾ ਸਕਦੇ ਹਾਂ ਕਣਕ ਦੀਆਂ, ਹੈ ਨਾ। ਹੁਣ ਇੱਥੇ ਜਿਹੜੀ ਬਾਸਮਤੀ ਚੌਲ ਹੈ ਸੁਪੀਰੀਅਰ ਵੈਰਾਈਟੀ ਇੱਥੇ 2000 ਰੁਪਏ ਕੁਇੰਟਲ ਨੂੰ ਵਿਕ ਰਹੀ ਹੈ ਤੇ ਜੇ ਆਪਾਂ ਈਰਾਨ ਦੇ ਵਿੱਚ ਵੇਚੀਏ ਜਾ ਕੇ ਉਹ 6 ਤੋਂ 5000 ਰੁਪਏ ਕੁਇੰਟਲ ਹੈ। ਤੇ ਜੇ ਈਰਾਨ ਅਸੀਂ ਬਾਈ ਰੋਡ ਵੀ ਪਹੁੰਚਾ ਦਾਂਗੇ ਕਿੰਨਾ 1000 ਰੁਪਏ ਕੁਇੰਟਲ ਲੱਗੂਗਾ। ਸੋ ਮੇਰਾ ਮਤਲਬ ਸਾਨੂੰ ਡੱਕਿਆ ਹੋਇਆ ਇਹ ਇਕਨੋਮਿਕਲੀ, ਦੇ ਆਰ ਅਪਰੈਸਿੰਗ ਦ ਸਿੱਖਸ, ਦੇ ਡੋਂਟ ਅਲਾਓ। ਹੁਣ ਤੁਸੀਂ ਦੇਖੋ
ਸਿੱਖ ਜਾਣਾ ਚਾਹੁੰਦੇ ਸੀਗੇ ਦਿੱਲੀ ਵਿੱਚ, ਹਰਿਆਣੇ ਦੀ ਹਿੰਦੂ ਸਟੇਟ ਨੇ ਉਹਨਾਂ ਦੇ ਉੱਤੇ ਜ਼ਬਰ ਵੀ ਕੀਤਾ, ਲਾਠੀ ਚਾਰਜ ਵੀ ਕੀਤੀ, ਵਾਟਰ ਕੈਨਨਸ ਵੀ ਦੇ ਨਾਲ ਵੀ ਉਹਨਾਂ ਨੂੰ ਇਸ ਤਰ੍ਹਾਂ ਕੀਤਾ। ਤਾਂ ਮੇਰਾ ਮਤਲਬ ਹੈ ਜੇ ਦਿੱਲੀ ਸਾਡੇ ਲਈ ਦਰਵਾਜ਼ੇ ਨਹੀਂ ਖੋਲ੍ਹਦੀ, ਫਿਰ WTO ਜਿਹੜਾ ਕਹਿੰਦਾ ਕਿ ਬਾਰਡਰ ਸਾਰੇ ਖੁੱਲ੍ਹੇ ਹੋਣੇ ਚਾਹੀਦੇ ਹੈ, ਫਿਰ ਸਾਡੇ ਪਾਕਿਸਤਾਨ ਦੇ ਨਾਲ ਖੋਲ੍ਹ ਦੇਣ। ਨਹੀਂ, ਪਰ ਤੁਸੀਂ ਜਿਹੜੀ ਕਿਸਾਨਾਂ ਦੇ ਉਹਦੇ ਸੰਦਰਭ ਦੇ ਵਿੱਚ ਗੱਲ ਕਹਿੰਦੇ ਹੈਗੇ ਹੋ ਵੀ ਜਿਹੜਾ ਉਹ ਰੋਕਿਆ ਹੈਗਾ, ਪਰ ਮਾਨ ਸਾਹਿਬ ਉਹਦੇ ਵਿੱਚ ਤਾਂ ਜੇ ਆਪਾਂ ਉਹਨੂੰ ਸਿੱਖਾਂ ਦੀ ਮੂਵਮੈਂਟ ਤਾਂ ਕਹਿ ਨਹੀਂ ਸਕਦੇ ਹੈਗੇ, ਉਹਦੇ ਤਾਂ ਹਿੰਦੂ ਵੀ ਬਹੁਤ ਜ਼ਿਆਦਾ ਹੈਗੇ ਨੇ, ਉਹਦੇ ਵਿੱਚ ਹਰਿਆਣੇ ਦੇ ਲੋਕੀ ਵੀ ਹੈਗੇ ਨੇ ਤੇ ਯੂਪੀ ਵੈਸਟਰਨ ਯੂਪੀ ਦੇ ਲੋਕੀ ਵੀ ਬਹੁਤ ਹੈਗੇ ਨੇ ਜੀ, ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਵੀ ਬਹੁਤ ਹਿੰਦੂ ਲੀਡਰ ਬੈਠੇ। ਪਰ ਸ਼ੁਰੂ ਤਾਂ ਸਿੱਖਾਂ ਨੇ ਕੀਤੀ ਹੈ ਨਾ ਜੀ, ਹਿੰਦੂ ਜ਼ਰੂਰ ਹੈਗੇ ਹੈ, ਪਰ ਇਹਨਾਂ ਦੇ ਵਿੱਚ ਦਮ ਨਹੀਂ ਸੀਗਾ ਕਿ ਇਹੋ ਜਿਹਾ ਇਹ ਵੱਡਾ ਜਲਸੇ ਕਰ ਸਕਣ। ਪਰ ਕੀ ਇਹ ਕੋਈ ਬਹੁਤ ਅੱਛੀ ਗੱਲ ਹੋਏਗੀ ਵੀ ਜੇਕਰ ਇਸ ਮੂਵਮੈਂਟ ਨੂੰ ਆਪਾਂ ਇੱਕ ਸਿੱਖਾਂ ਦੀ ਮੂਵਮੈਂਟ ਦੇਵਾਂਗੇ, ਉਹ ਆਪਣੇ ਲਈ ਹਾਨੀਕਾਰਕ ਨਹੀਂ ਹੋ ਸਕਦੀ ਹੈਗੀ ਲੌਂਗ ਟਰਮ ਦੇ ਵਿੱਚ? ਹੁਣ ਜੇ ਫੈਕਟਸ, ਹੁਣ ਇਹ ਹਿੰਦੂ ਸਟੇਟ ਹੈ ਤੇ ਮੈਂ ਕਹਿੰਦਾ ਕਿ ਇਹ ਜੇ ਮੈਨੂੰ ਹਿੰਦੂ ਸਟੇਟ ਸੱਦਿਆ ਤੇ ਫਿਰ ਸੈਕੂਲਰਿਜ਼ਮ ਮਰ ਜੂਗਾ, ਪਰ ਰਿਐਲਿਟੀ ਤਾਂ ਹੈ ਕਿ ਇਟਸ ਅ ਹਿੰਦੂ ਸਟੇਟ। ਹੁਣ ਜਦੋਂ ਸਿੱਖਾਂ ਨੇ ਮੋਰਚਾ ਸ਼ੁਰੂ ਕੀਤਾ ਹੈ, ਹਿੰਦੂ ਵੀ ਵਿੱਚ ਆ ਗਏ ਹੈ, ਉਹ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਕਿ ਸਾਡੇ ਨਾਲ ਰਲ ਗਏ ਹੈ ਤੇ ਅਸੀਂ ਬੜੇ ਖੁਸ਼ ਹਾਂ। ਪਰ ਮੇਰਾ ਮਤਲਬ ਅਸੀਂ ਬੈਕਫੁੱਟ ਦੇ ਉੱਤੇ ਕਿਉਂ ਹਮੇਸ਼ਾ ਚੱਲੀਏ ਕਿ ਇਹ ਫਿਰ ਹਿੰਦੂ ਨਹੀਂ ਆਉਣਗੇ ਸਾਡੇ ਨਾਲ? ਨਹੀਂ, ਪਰ ਮੇਰਾ ਮਾਨ ਸਾਹਿਬ ਮੇਰਾ ਕੰਸਰਨ ਇਹ ਹੈਗਾ, ਬਹੁਤ ਲੋਕਾਂ ਦੇ ਵੀ ਇਹ ਵੀ ਕੰਸਰਨ ਹੋ ਵੀ ਜਿਹੜੀ ਮੂਵਮੈਂਟ ਹੈਗੀ ਹੈ ਕਿਸਾਨਾਂ ਦੀ, ਪੀਸਫੁਲ ਮੂਵਮੈਂਟ ਚੱਲ ਰਹੀ ਹੈਗੀ ਹੈ, ਇਹਨੂੰ ਕਿਤੇ ਇਹ ਨਾ ਹੋ ਵੀ ਕੱਲ੍ਹ ਨੂੰ ਸਿੱਖ ਵਰਸਸ ਸੈਂਟਰ ਹੋ ਜੇ ਹੈਗੇ, ਉਹ ਬੜੀ ਡੇਂਜਰਸ ਹੋਏਗੀ। ਫਿਰ ਹੁਣ ਜੇ ਕਲੈਸ਼ ਹਿੰਦੂ ਤੇ ਸਿੱਖ ਦਾ ਹੋਣਾ ਹੈ, ਫਿਰ ਉਹ ਤਾਂ ਹੋਊਗਾ ਹੀ। ਤੁਸੀਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਕਿਵੇਂ ਰਹਿ ਸਕਦੀਆਂ? ਅੱਜ ਨਹੀਂ ਤਾਂ ਕੱਲ੍ਹ ਨੂੰ ਤਾਂ ਇਹ ਯੱਬ ਪਊਗਾ ਹੀ। ਹਾਂ, ਇਟ ਇਜ਼ ਇਨਐਵਿਟੇਬਲ that two nations can't remain in the same pocket. We are a separate nation and we should have a separate state of our own. ਅੱਛਾ ਜੀ, ਹਿੰਦੂ ਦੀ majority ਹੈ ਤੇ ਹਿੰਦੂ ਫਿਰ ਆਪਣੀ minority ਦੀ ਪ੍ਰੋਸਪੈਰਿਟੀ ਦੇਖ ਕੇ, ਉਹਦੀ ਇਕਨੋਮਿਕ ਕੰਡੀਸ਼ਨ ਦੇਖ ਕੇ ਫਿਰ ਬਾਰਡਰ ਖੋਲ੍ਹ ਦੇਵੇ। ਨਹੀਂ, ਪਰ ਤੁਸੀਂ ਚਲੋ ਖਾਲਿਸਤਾਨ ਦੀ ਗੱਲ ਕਰਦੇ ਹੈਗੇ। ਹਾਂ, ਫਿਰ ਜੇ ਉਹਨਾਂ ਨੂੰ ਸਾਡੇ ਲਈ, ਸਿੱਖਾਂ ਲਈ ਕੋਈ ਕੰਸੀਡਰੇਸ਼ਨ ਹੋਵੇ ਤੇ ਫਾਰਮਰਸ ਦਾ ਵੀ ਸਮਝੌਤਾ ਕਰ ਲੈਣ ਤੇ ਬਾਰਡਰ ਵੀ ਖੋਲ੍ਹ ਦੇਣ। ਪਰ ਐਂ ਤਾਂ ਨਹੀਂ ਨਾ ਕਿ ਸਿੱਖਾਂ ਦੀ ਭਰਤੀ ਵੀ ਬੰਦ ਕਰਤੀ, ਫੌਜ ਦੇ ਵਿੱਚ 2% ਤੇ ਲਿਆਤੀ। ਅੰਗਰੇਜ਼ਾਂ ਦੇ ਟਾਈਮ ਦੇ ਵਿੱਚ 33% ਸੀਗੀ। ਸੋ ਮੇਰਾ ਮਤਲਬ ਜੇ ਉਹ ਕਾਮਨਲੀ ਜਾਤ ਪਾਤ ਤੇ ਮਜ਼ਹਬ ਦੇ ਤੌਰ ਤੇ ਚੱਲਦੇ ਹੈ ਤੇ ਨੈਚੁਰਲੀ ਸਿੱਖਾਂ ਵੱਲੋਂ ਵੀ ਰਿਐਕਸ਼ਨ ਉਹੋ ਜਿਹਾ ਹੀ ਹੋਊਗਾ ਨਾ। ਰਿਐਕਸ਼ਨ, ਐਕਸ਼ਨ ਐਂਡ ਰਿਐਕਸ਼ਨ, ਇਹ ਸਾਡਾ ਕਸੂਰ ਤਾਂ ਐਵਰੀ ਐਕਸ਼ਨ ਹੈਜ਼ ਅ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਦੈਟਸ ਨਿਊਟਨ ਥਰਡ ਲਾ। ਹਾਂ, ਫਿਰ that you understand, which is very good. So we can't do anything about it. ਨਹੀਂ, ਪਰ ਜਿਹੜਾ ਤੁਸੀਂ ਆਪਾਂ ਖਾਲਿਸਤਾਨ ਦੀ ਮਾਨ ਸਾਹਿਬ ਗੱਲ ਕਰਦੇ ਹੈਗੇ ਹੋ, ਇਹ ਕਾਫੀ ਕਨਫਿਊਜ਼ਨ ਸਟੇਟ ਹੈਗੀ ਹੈ। ਇਹਦੇ ਵਿੱਚ ਵੀ ਪੰਜਾਬ ਤੋਂ ਜਿੰਨਾ ਲੋਕੀ ਸਿੱਖ ਪੰਜਾਬ ਦੇ ਵਿੱਚ ਰਹਿੰਦੇ ਨੇ, ਉਸ ਤੋਂ ਜ਼ਿਆਦਾ ਸਿੱਖ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਬਾਹਰਲੀਆਂ ਸਟੇਟਾਂ 'ਚ ਰਹਿੰਦੇ ਨੇ, ਔਰ ਸਮ ਆਫ ਦੈਮ ਆਰ ਵੈਰੀ ਪ੍ਰੋਗਰੈਸ, ਜਿਹੜੇ ਬਿਜ਼ਨਸਮੈਨ ਹੈਗੇ ਨੇ। ਕੱਲ੍ਹ ਨੂੰ ਖਾਲਿਸਤਾਨ ਬਣਦਾ ਹੈਗਾ, ਉਹਨਾਂ ਦੀ ਸੈਟਲਮੈਂਟ ਕਿੱਦਾਂ ਹੋਏਗੀ, ਕਿੱਥੇ ਹੋਏਗੀ? ਉਹ ਜੇ ਚਾਹੁੰਗੇ, ਅਸੀਂ ਕਿਹੜਾ ਹਿੰਦੂਆਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ। ਵੀ ਡੋਂਟ ਵਾਂਟ ਦ ਟ੍ਰਾਂਸਫਰ ਆਫ ਪਾਪੂਲੇਸ਼ਨਸ। ਹਾਂਜੀ, ਹੁਣ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਸਭ ਤੋਂ ਵੱਡੀ ਪਾਪੂਲੇਸ਼ਨ ਜੂਜ਼ ਦੀ ਨਿਊਯਾਰਕ 'ਚ ਹੈ ਤੇ ਨਿਊਯਾਰਕ ਜਿੰਨੀ ਪਾਪੂਲੇਸ਼ਨ ਸਾਰੇ ਇਜ਼ਰਾਈਲ ਦੇ ਵਿੱਚ ਨਹੀਂ ਹੈਗੀ। ਤੇ ਫਿਰ ਜੇ ਜੂਜ਼ ਵਿਦਆਊਟ ਇਜ਼ਰਾਈਲ ਲਿਵ ਕਰ ਸਕਦੇ ਹੈ ਤੇ ਫਿਰ ਸਾਡੇ ਸਿੱਖ ਵਿਦਆਊਟ ਖਾਲਿਸਤਾਨ ਕਿਉਂ ਨਹੀਂ ਬਾਹਰ ਕਿਤੇ ਰਹਿ ਸਕਦੇ? ਹੁਣ ਵੀ ਤਾਂ ਸਿੱਖ ਅਮਰੀਕਾ, ਹਾਲੈਂਡ, ਅਮਰੀਕਾ, ਕੈਨੇਡਾ 'ਚ ਸਾਰੇ ਰਹਿ ਰਹੇ ਹੈ। ਤੇ we are not against the Hindus. We are only saying that the Sikhs must have their separate and sovereign Sikh state. It will be a buffer, it will be good for the Hindus because they have no experience of having a state in their history.
ਜਿਹੜੀ ਇਹਨਾਂ ਦੀ ਸਟੇਟ ਰਹੀ ਹੈ ਉਹ ਤਾਂ ਸਿਰਫ ਯੋਧਿਆ ਰਹੀ ਹੈ, ਉਹ ਵੀ ਮਿਥ ਹੈਗੀ ਹੈ, ਇੱਕ ਲੈਜੈਂਡਰੀ ਹੈ। ਹੁਣ ਜਦੋਂ ਇਹਨਾਂ ਨੂੰ ਕੋਈ ਸਟੇਟ ਦਾ ਤਜਰਬਾ ਨਹੀਂ ਹੈ, ਚੀਨ ਇਹਨਾਂ ਨੂੰ ਧਮਕੀ ਦਿੰਦਾ, ਉਦੋਂ ਹੀ ਇਹਨਾਂ ਦੀ ਧਰਤੀ ਲੁੱਟ ਕੇ ਲੈ ਜਾਂਦਾ। ਹੁਣ ਸਿੱਖ ਇੰਟਰਸਟਿਡ ਕਿਉਂ ਹੈ ਲਦਾਖ ਦੇ ਵਿੱਚ? ਕਿਉਂ ਕਰਕੇ ਜਿਹੜਾ ਲਾਹੌਰ ਦਾ ਦਰਬਾਰ ਸੀਗਾ ਸਿੱਖ ਇੰਪਾਇਰ, ਹਾਂ ਮਹਾਰਾਜਾ ਉਸ ਨੇ 1834 ਦੇ ਵਿੱਚ ਲਦਾਖ ਫਤਿਹ ਕਰ ਲਿਆ ਸੀਗਾ, ਹੈ ਨਾ। ਹੁਣ ਇਹਨਾਂ ਦੇ ਥੱਲੇ ਆ ਗਿਆ ਹਿੰਦੂ ਦੇ, ਤੇ 1962 ਚ ਇਹਨਾਂ ਨੇ 39,000 ਸਕੁਅਰ ਕਿਲੋਮੀਟਰਸ ਆਫ ਲਦਾਖ ਚੀਨ ਨੂੰ ਲਟਾਤੇ ਹੈ। ਇਸ ਸਾਲ ਅਪ੍ਰੈਲ ਤੋਂ ਲੱਗ ਕੇ ਸੈਂਕੜੇ ਸਕੁਅਰ ਕਿਲੋਮੀਟਰਸ ਹੋਰ ਚਾਈਨਾ ਲਦਾਖ ਦੇ ਵਿੱਚ ਆ ਗਿਆ। ਨਾ ਇਹ ਧਰਤੀ ਤਾਂ ਸਾਡੀ ਹੈ ਸਿੱਖਾਂ ਦੀ, ਵੀ ਫੀਲ ਫॉर ਇਟ, ਵੀ ਵਿਲ ਡਾਈ ਫॉर ਇਟ, ਪਰ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ। ਇਹ ਧੋਤੀ ਚੱਕ ਦਿੰਦੇ ਬਸ। ਇਹ ਮਾਨ ਸਾਹਿਬ ਬੜੀ ਇੰਟਰਸਟਿੰਗ ਤੁਸੀਂ ਗੱਲ ਕਰੀ ਹੈਗੀ, ਜਿਹੜੀ ਬਈ ਅਸੀਂ ਹਿੰਦੂਆਂ ਨੂੰ ਬਾਹਰ ਨਹੀਂ ਕੱਢਣਾ ਹੈਗਾ ਜੀ, ਹਿੰਦੂ ਇੱਥੇ ਰਹਿ ਸਕਦੇ ਹੈਗੇ ਨੇ, ਖਾਲਿਸਤਾਨ ਨਾ ਜੀ, ਫਿਰ ਟ੍ਰੇਡ ਕੌਣ ਕਰੂਗਾ? ਸਾਨੂੰ ਤਾਂ ਟ੍ਰੇਡ ਕਰਨੀ ਨਹੀਂ ਆਉਂਦੀ ਹੈ। ਪਰ ਕਈ ਵਾਰੀ ਹੁੰਦਾ ਵੀ ਅਸੀਂ ਇੱਕ ਗੁਰਦੁਆਰੇ ਦੀ ਪ੍ਰੋਪਰਲੀ ਉਹਨੂੰ ਮੈਨੇਜ ਨਹੀਂ ਕਰ ਸਕਦੇ ਹੈਗੇ। ਦੂਜੇ ਪਾਸੇ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਵੀ ਜਿਹਦੇ ਵਿੱਚ ਅਸੀਂ ਪਾਪੂਲੇਸ਼ਨ ਟ੍ਰਾਂਸਫਰ ਵੀ ਨਹੀਂ ਹੋਊਗੀ ਹੈਗੀ। ਉਹ ਕਿਸ ਤਰ੍ਹਾਂ ਦਾ ਮੁਲਕ ਹੋਏਗਾ ਹੈਗਾ ਵੀ ਜਿਹਦੇ 'ਚ ਪਾਪੂਲੇਸ਼ਨ ਟ੍ਰਾਂਸਫਰ ਵੀ ਨਹੀਂ ਹੋਏਗੀ ਹੈਗੀ? ਔਰ ਤੁਸੀਂ ਫਿਰ ਇਹ ਤਾਂ ਅਨੰਦਪੁਰ ਸਾਹਿਬ ਦਾ ਮਤਾ ਹੈਗਾ ਸੀ ਵੱਧ ਅਧਿਕਾਰਾਂ ਵਾਲਾ, ਜੇ ਇੱਥੇ ਵੱਧ ਅਧਿਕਾਰ ਮਿਲ ਜਾਂਦੇ ਹੈਗੇ ਨੇ ਫਿਰ ਤੁਹਾਨੂੰ ਖਾਲਿਸਤਾਨ ਬਣਾਉਣ ਦੀ ਕੀ ਜ਼ਰੂਰਤ ਹੈ? ਨਹੀਂ, ਜਿੰਨਾ ਚਿਰ ਸੋਵਰੇਨਿਟੀ ਨਾ ਹੋਏ, ਬਾਦਸ਼ਾਹੀ ਨਾ ਹੋਏ, ਜਿਹੜੀ ਗੁਰੂ ਗੋਬਿੰਦ ਸਿੰਘ ਨੇ ਕਹੀ ਹੈ, ਇਨ ਗਰੀਬ ਸਿੱਖੋਂ ਕੋ ਦੂੰ ਬਾਦਸ਼ਾਹੀ। ਤੁਹਾਡੀ ਫੋਰਨ ਪਾਲਿਸੀ ਨਹੀਂ ਹੋ ਸਕਦੀ, ਤੁਹਾਡੀ ਡਿਫੈਂਸ ਪਾਲਿਸੀ ਨਹੀਂ ਹੋ ਸਕਦੀ, ਤੁਹਾਡੀ ਇਕਨੋਮਿਕ ਪਾਲਿਸੀ ਨਹੀਂ ਹੋ ਸਕਦੀ, ਤੁਸੀਂ ਕਿਸੇ ਦੇ ਥੱਲੇ ਰਹਿ ਰਹੇ ਹੋ। whereas you are an independent and so generous sovereign people. फिर why can't we be independent, sovereign and have a separate economic policy? ਅਸੀਂ ਆਪਣੀ border ਖੋਲੀਏ, trade with the Gulf countries, ਇਹ Central Asian republics, फिर Islamic world, पाकिस्तान, ईरान, इराक, सीरिया, लेबनान, ਇੱਥੇ ਸਾਡੇ ਟਰੱਕ ਚੱਲਣ, ਸਾਡੇ ਜਿਹੜੀ ਬੇਰੁਜ਼ਗਾਰੀ ਹੈ ਉਹ ਵੀ ਸਾਰੀ ਪੂਰੀ ਹੋ ਜੇ। ਬਿਲਕੁਲ ਨਹੀਂ ਮਾਨ ਸਾਹਿਬ, ਜਦੋਂ ਤੁਸੀਂ ਇੰਨੀਆਂ ਵੋਟਾਂ ਨਾਲ ਜਿੱਤੇ ਹੈਗੇ ਹੋ, ਤੁਹਾਨੂੰ ਹਿੰਦੂ ਲੋਕਾਂ ਨੇ ਹੀ ਵੋਟਾਂ ਪਾਈਆਂ ਹੈਗੀਆਂ, ਤੇ ਜੇ ਸਿੱਖ ਹਿੰਦੂਆਂ ਨੂੰ ਪਾ ਦਿੰਦੇ ਆ ਤੇ ਉਹ ਸਿੱਖਾਂ ਨੂੰ ਪਾ ਦਿੰਦੇ ਆ ਪੰਜਾਬ ਕਰਕੇ, ਫਿਰ ਇਹਦੇ 'ਚ ਕੋਈ ਬੁਰਾਈ ਤਾਂ ਹੈ ਨਹੀਂ ਕਿ ਹਾਂ। ਤੇ ਅਸੀਂ ਕਿਹੜਾ ਕਹਿੰਦੇ ਹਾਂ ਕਿ ਹਿੰਦੂਆਂ ਨੂੰ ਅਸੀਂ ਰੱਖਣਾ ਨਹੀਂ? ਸਾਡੀ ਟ੍ਰੇਡ ਕੌਣ ਹੁਣ ਜਿਹੜੀ ਹਿਸਟਰੀ ਹੈ ਨਾ ਮਾਈਗ੍ਰੇਸ਼ਨ ਦੀ, ਹੁਣ ਜਿਵੇਂ ਨਹਿਰਾਂ ਹਰਿਆਣੇ ਦੇ ਵਿੱਚ ਗਈਆਂ ਤੇ ਰਾਜਸਥਾਨ ਦੇ ਵਿੱਚ ਗਈਆਂ, ਉਹਨਾਂ ਦੇ ਨਾਲ ਹੀ ਸਿੱਖ ਫਾਰਮਰਸ ਚਲੇ ਗਏ ਆ। ਜਦੋਂ ਸਿੱਖ ਫਾਰਮਰਸ ਰਾਜਸਥਾਨ ਦੇ ਆਖਰੀ ਪਿੰਡ ਜਿੱਥੇ ਨਹਿਰ ਜਾਂਦੀ ਹੈ ਉੱਥੇ ਬੈਠੇ ਹੈ, ਤੇ ਤੁਸੀਂ ਹੈਰਾਨ ਹੋਵੋਗੇ ਉਹਦੇ ਨਾਲ ਹੀ ਸਾਡੇ ਪੰਜਾਬ ਦੇ ਜਿਹੜੇ ਬਣੀਏ ਨਾ, ਉਹ ਨਾਲ ਸ਼ਹਿਰ ਉਹਨਾਂ ਨੇ ਬਣਾ ਲਏ, ਆੜਤੀ ਬਣ ਗਏ। ਹਾਂਜੀ ਹਾਂਜੀ, ਇੱਕ ਦੂਜੇ ਤੋਂ ਬਗੈਰ ਨਹੀਂ ਸਰਦਾ ਹੈਗਾ। ਹਾਂਜੀ ਹਾਂਜੀ ਹਾਂਜੀ, ਜਿਹੜਾ ਮਿਊਚੁਅਲ ਜਿਹੜੀ ਹੈ ਤੇ ਨਾ ਮੁਸਲਮਾਨਾਂ ਤੋਂ ਬਗੈਰ ਸਰਦਾ ਹੈਗਾ। ਪਤਾ ਨਹੀਂ ਸਾਡੀ ਆ 1947 ਦੇ ਵਿੱਚ ਆ ਲੀਕ ਰੈੱਡ ਕਲਿਫ ਲਾਈਨ ਕਿਉਂ ਕੱਢਤੀ? ਸਿੱਖਾਂ ਨੂੰ ਦੱਸਿਆ ਹੀ ਨਹੀਂ ਕਿ ਅਸੀਂ ਪੰਜਾਬ ਨੂੰ ਡਿਵਾਈਡ ਕਰ ਰਹੇ ਹਾਂ। ਨਹਿਰੂ ਨੂੰ ਪਤਾ ਸੀ, ਗਾਂਧੀ ਨੂੰ ਪਤਾ ਸੀ, ਜਿਨ੍ਹਾਂ ਨੂੰ ਪਤਾ ਸੀ, ਤੇ ਅੰਗਰੇਜ਼ਾਂ ਨੂੰ ਪਤਾ ਸੀਗਾ, ਨਹੀਂ ਸਾਨੂੰ ਨਹੀਂ ਦੱਸਿਆ। ਪਰ ਤੁਸੀਂ ਖਾਲਿਸਤਾਨ ਦੀ ਗੱਲ ਕਰੀ ਹੈਗੀ ਸੀ ਮਾਨ ਸਾਹਿਬ, ਇਹ ਜਿਹੜਾ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਵੀ ਗੱਲ ਕਰੀ ਹੈਗੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਬਹੁਤ ਵੱਡਾ ਹੈਗਾ ਸੀ, ਨਾਟ ਓਨਲੀ ਪਾਕਿਸਤਾਨ ਦੇ ਵਿੱਚ ਹੈਗਾ, ਅਫਗਾਨਿਸਤਾਨ ਦੇ ਵਿੱਚ ਵੀ ਹੈਗਾ ਸੀ, ਕੁਛ ਪਾਰਟ ਚਾਈਨਾ ਦਾ ਵੀ ਹੈਗਾ ਸੀਗਾ। ਤੇ ਉਹ ਫਿਰ ਖਾਲਿਸਤਾਨ ਦੇ ਜਦੋਂ ਹੱਕ ਮੰਗਦੇ ਹੈਗੇ, ਫਿਰ ਆਪਾਂ ਨੂੰ ਇਹ ਵੀ ਮੰਨਣਾ ਚਾਹੀਦਾ ਵੀ ਜਿਹੜਾ ਉਹ ਲਾਹੌਰ ਦਾ ਇਲਾਕਾ ਹੈਗਾ ਜਾਂ ਪਾਕਿਸਤਾਨ ਦਾ ਇਲਾਕਾ ਹੈਗਾ ਚਾਈਨਾ ਦਾ, ਉਹ ਵੀ ਖਾਲਿਸਤਾਨ ਦੇ ਵਿੱਚ ਆਉਣਾ ਚਾਹੀਦਾ ਹੈਗਾ, ਹਿੱਸਾ ਹੋਣਾ ਚਾਹੀਦਾ। ਜਿਵੇਂ ਚੀਨ ਹੈ ਜੀ, ਇਹ ਕਹਿੰਦਾ ਕਿ ਅਸੀਂ ਕਲੋਨੀਅਲ ਬਾਰਡਰਸ ਨੂੰ ਨਹੀਂ ਮੰਨਦੇ, ਤੇ ਜਿਹੜੀ ਇੰਡੀਆ ਤੇ ਚਾਈਨਾ ਦਾ ਬਾਰਡਰ ਹੈ ਉਹ ਤਾਂ ਅੰਗਰੇਜ਼ਾਂ ਨੇ ਬਣਾਇਆ। ਉਹ ਕਹਿੰਦੇ ਕਲੋਨੀਅਲ ਬਾਰਡਰਸ ਨੂੰ ਅਸੀਂ ਨਹੀਂ ਮੰਨਦੇ। ਇਸੇ ਤਰ੍ਹਾਂ ਅਸੀਂ ਨਹੀਂ ਕਲੋਨੀਅਲ ਬਾਰਡਰਸ ਨੂੰ ਮੰਨਦੇ। ਜਿਹੜੀ ਰੈੱਡ ਕਲਿਫ ਲਾਈਨ ਬਣਾਈ ਹੈ
ਜਿਹੜੀ 1966 ਦੇ ਵਿੱਚ ਇੰਦਰਾ ਗਾਂਧੀ ਤੇ ਕਾਂਗਰਸ ਹਿੰਦੂ ਨੇ ਪੰਜਾਬ ਨੂੰ ਛੋਟਾ ਕਰਤਾ ਹੈ, ਆਹ ਪਾਰਟੀ ਡਜ਼ ਨਾਟ ਰੈਕਗਨਾਈਜ਼ ਦੋਜ਼ ਲਾਈਨਸ। ਤੇ ਤੁਸੀਂ ਅਫਗਾਨਿਸਤਾਨ ਦੀ ਗੱਲ ਕੀਤੀ ਹੈ, ਦੇਖੋ ਇੱਥੇ ਅੰਗਰੇਜ਼ ਵੀ ਲੜ ਕੇ ਵਾਪਸ ਚਲੇ ਗਏ, ਠੀਕ ਹੈ। ਫਿਰ ਰੂਸੀ ਆਏ, ਉਹ ਵੀ ਲੜ ਕੇ ਵਾਪਸ ਚਲੇ ਗਏ। ਹੁਣ ਅਮਰੀਕਨ ਫੌਜ ਤਿਆਰ ਹੈ ਇੱਥੋਂ ਬਾਹਰ ਜਾਣ ਦੀ, ਹਾਂ। ਪਰ ਜਿਹੜਾ ਕਸ਼ਮੀਰ ਹੈ ਇਹ 1819 ਤੱਕ ਅਫਗਾਨਿਸਤਾਨ ਦਾ ਇੱਕ ਹਿੱਸਾ ਸੀ ਤੇ ਇਹਨਾਂ ਦਾ ਸੂਬਾ ਸੀ। ਸਿਰਫ ਸਿੱਖਾਂ ਨੇ ਰਾਜ ਅਫਗਾਨਿਸਤਾਨ ਦੇ ਉੱਤੇ ਕੀਤਾ ਹੈ। ਜਿਹੜੀ ਡਿਊਰੈਂਟ ਲਾਈਨ ਹੈ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਾਲੇ, ਉਹ ਡਿਊਰੈਂਟ ਲਾਈਨ ਵੀ ਸਿੱਖਾਂ ਦੀ ਫਤਿਹ ਕੀਤੀ ਹੋਈ ਟੈਰੀਟਰੀ ਤੇ ਬਣੀ ਹੈ। ਸੋ ਮੇਰਾ ਮਤਲਬ ਹੈ ਕਿ ਇਹ ਐ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇਹ ਆਪਣਾ ਰਾਜ ਕਾਇਮ ਨਹੀਂ ਰੱਖ ਸਕਦੇ। 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ। ਸਾਡੇ ਉੱਤੇ ਹਿੰਦੂਤਵਾ ਨੇ, ਇੰਦਰਾ ਗਾਂਧੀ, ਬੀਜੇਪੀ ਨੇ ਬਰਤਾਨੀਆ ਦੀ ਫੌਜ ਦੀ ਇਮਦਾਦ ਲਈ, ਕਮਿਊਨਿਸਟ ਚਾਈਨਾ ਦੀ ਲਈ ਤੇ ਆਪਣੀ ਫੌਜ ਦੀ ਲਈ। ਪਰ ਤੁਸੀਂ ਦੇਖੋ ਕਿ ਜਦੋਂ ਇਹਨਾਂ ਨੇ 3 ਫੌਜਾਂ ਨੇ ਸਾਡੇ ਤੇ ਅਟੈਕ ਕੀਤਾ, 72 ਘੰਟੇ ਸਾਡੇ ਸਿੱਖਾਂ ਨੇ, ਜਿਹੜੇ ਫੌਜ ਦੇ ਵਿੱਚ ਨਹੀਂ ਸੀਗੇ, ਜਿਹੜੇ ਤੁਹਾਡੇ ਵਰਗੇ ਮੇਰੇ ਸੀਗੇ, ਜਿਨ੍ਹਾਂ ਨੇ 10-15 ਦਿਨ ਦਾ ਕੰਮ ਸਿੱਖਿਆ ਹੋਏ ਮਸ਼ੀਨ ਗਨ ਕਿਵੇਂ ਚਲਾਈ ਹੈ, 72 ਘੰਟੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨਰਲ ਸ਼ਬੇਗ ਸਿੰਘ ਨੇ 3 ਫੌਜਾਂ ਦੁਨੀਆ ਦੀਆਂ ਮੰਨੀਆਂ ਬਣਾਈਆਂ, ਅੰਦਰ ਨਹੀਂ ਆਉਣ ਦਿੱਤੀਆਂ। ਤੇ ਜਦੋਂ ਅੰਦਰ ਆਈਆਂ ਤੇ ਸਾਰੇ ਲੀਡਰ ਸ਼ਹੀਦ ਹੋਏ ਹੈ। ਕਿਸੇ ਨੇ ਹੱਥ ਚੱਕ ਕੇ ਨਹੀਂ ਆ ਕੀਤੇ, ਜਿਵੇਂ ਜਨਰਲ ਨਾਜ਼ੀ ਨੇ, ਜਿਹੜਾ ਪਾਕਿਸਤਾਨ ਦਾ ਜਰਨੈਲ ਸੀਗਾ ਬੰਗਾਲ ਦੇ ਵਿੱਚ, ਉਹਨੇ ਹੱਥ ਖੜੇ ਕੀਤੇ। ਜਨਰਲ ਜਗਜੀਤ ਸਿੰਘ ਅਰੋੜੇ ਨੂੰ ਆਪਣਾ ਪਿਸਤੌਲ ਕੱਢ ਕੇ ਦਿੱਤਾ, ਸਰੈਂਡਰ ਕੀਤਾ। ਸਿੱਖ ਨੇ 3 ਫੌਜਾਂ ਦੇ ਖਿਲਾਫ ਸਰੈਂਡਰ ਨਹੀਂ ਕੀਤਾ। ਨਹੀਂ, ਪਰ ਕੁਛ ਅਕਾਲੀ ਲੀਡਰ ਹੈਗੇ ਸੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਵੀ ਅੱਛੀ ਤਰ੍ਹਾਂ ਜਾਣਦੇ ਹੋ, ਕੁਛ ਹੱਥ ਖੜੇ ਉਹ ਤਾਂ ਕਰਕੇ ਭੱਜ ਗਏ ਸੀ ਨਾ ਜੀ। ਫਿਰ ਦੇ ਵਰ ਨਾਟ ਸਿੱਖ ਫਾਈਟਰਸ, ਦੇ ਵਰ ਵਿਦ ਦ ਗਵਰਨਮੈਂਟ। ਨਹੀਂ, ਪਰ ਉਸ ਤੋਂ ਬਾਅਦ ਪੰਜਾਬ ਦੀ ਗਵਰਨਮੈਂਟ ਨੇ ਉਹਨਾਂ ਨੂੰ ਮੁੱਖ ਮੰਤਰੀ ਵੀ ਬਣਾਇਆ ਹੈਗਾ ਜੀ। ਫਿਰ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਜੀ। ਹੁਣ ਅਸੀਂ ਇੰਨਾ ਲੜੇ ਹਾਂ, ਸਾਨੂੰ ਨਹੀਂ ਵੋਟ ਦਿੰਦੇ ਇਹ। ਪਰ ਜਿਨ੍ਹਾਂ ਨੂੰ ਵੋਟ ਦਿੰਦੇ ਆ ਲੋਕ, ਫਿਰ ਉਹ ਸਟੈਨ ਗਨਾਂ ਦੇ ਨਾਲ ਕਿਉਂ ਲਈ ਫਿਰਦੇ ਆ? ਇਹ ਸਿਕਿਉਰਿਟੀ ਲਈ ਫਿਰਦੇ ਆ, ਗੌਰਮੈਂਟ ਦੇ ਸਿਪਾਹੀ ਲਈ ਫਿਰਦੇ ਆ, ਕਈ ਸੈਂਟਰ ਦੇ ਸਿਪਾਹੀ ਲਈ ਫਿਰਦੇ ਆ। ਉਹਨਾਂ ਨੂੰ ਡਰ ਕੀ ਹੈ? ਜੇ ਤੁਹਾਨੂੰ ਵੋਟਾਂ ਪਾ ਕੇ ਤੁਸੀਂ ਜਿੱਤੇ ਹੋ ਤੇ ਤੁਹਾਡੇ ਕੋਲੇ ਫਿਰ, ਜਿਵੇਂ ਮੈਂ ਆਪਾਂ ਬੈਠੇ ਆ, ਸਿਕਿਉਰਿਟੀ ਹੈਗੀ ਇੱਥੇ ਰੱਖੀ? ਹਾਂਜੀ, ਤੁਹਾਡੇ ਕੋਲ ਇੱਥੇ ਕੋਈ ਸਿਕਿਉਰਿਟੀ ਨਜ਼ਰ ਨਹੀਂ ਆ ਰਹੀ ਹੈ? ਹਾਂ, ਇਹ ਤਾਂ ਤੁਸੀਂ ਦੇਖ ਲਓ ਜੇ ਇੱਥੇ ਹੈਗੀ ਆ ਕੋਈ ਸਿਕਿਉਰਿਟੀ। ਹਾਂ, ਮੈਂ ਇੱਥੇ ਮੈਂ ਬੜੀ ਹੈਰਾਨੀ ਜੀ ਸੀ ਵੀ ਐਡਾ ਵੱਡਾ ਹਾਂ ਮਹਾਨ ਲੀਡਰ ਹੋਵੇ ਹੈਗੇ ਹਾਂ ਸਿੱਖ ਕੌਮ ਦਾ, ਤੇ ਉਹਦੇ ਕੋਲ ਇੱਕ ਵੀ ਸਿਕਿਉਰਿਟੀ ਗਾਰਡ ਮੇਰੀ ਸਿਕਿਉਰਿਟੀ ਉਹ ਹੈ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ। ਅੱਛਾ ਜੀ, ਉਹ ਮੇਰੀ ਸਿਕਿਉਰਿਟੀ ਹੈ, ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ। ਹਾਂ, ਹੋਰ ਅੱਛਾ ਜੀ। ਫਿਰ ਜੇ ਮੈਨੂੰ ਵੋਟਾਂ ਨਹੀਂ ਪਾਉਂਦੇ, ਮੈਂ ਤੁਰਿਆ ਫਿਰਦਾ ਹੈ, ਹਾਂਜੀ ਖਾਲਿਸਤਾਨ ਦਾ ਪ੍ਰਚਾਰ ਕਰਦਾ, ਹਾਂਜੀ, ਤੇ ਫਿਰ ਉਹੀ ਮੇਰੀ ਸਿਕਿਉਰਿਟੀ ਹੈ, ਹੋਰ ਕਿਹੜੀ ਹੈ?